ਜੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਪੰਜਾਬੀ ਐਜੂਕੇਸ਼ਨ ਚੈਨਲ ਉੱਪਰ ਆਪ ਜੀ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ 8ਵੀਂ ਜਮਾਤ ਦਾ ਚੈਪਟਰ ਨੰਬਰ 24 ਜਿਸ ਦਾ ਨਾਮ ਹੈ ਭੂਆ। ਭੂਆ ਕਹਾਣੀ ਦੇ ਕਹਾਣੀਕਾਰ ਦਾ ਨਾਮ ਹੈ ਨਾਨਕ ਸਿੰਘ। ਪਿਆਰੇ ਵਿਦਿਆਰਥੀਓ, ਇਹ ਕਹਾਣੀ ਪੰਜਾਬੀ ਪ੍ਰਾਹੁਣਚਾਰੀ ਨਾਲ ਸੰਬੰਧ ਰੱਖਦੀ ਹੈ, ਜਿਸ ਵਿੱਚ ਲੇਖਕ 3-4 ਦਿਨਾਂ ਤੋਂ ਆਪਣੇ ਇੱਕ ਸ਼ਹਿਰੀ ਦੋਸਤ ਦੇ ਵਿਆਹ ਵਿੱਚ ਜਾਂਦਾ ਹੈ ਅਤੇ ਉੱਥੋਂ ਦੀਆਂ ਛੋਲੇ ਭਟੂਰੇ, ਬਰੈਡ ਪਕੌੜੇ, ਤਲੀਆਂ ਹੋਈਆਂ ਚੀਜ਼ਾਂ ਖਾ ਕੇ ਉਸ ਦਾ ਮਨ ਅੱਕ ਗਿਆ ਅਤੇ ਉਹ ਆਪਣੀ ਲਾਗਲੇ ਪਿੰਡਾਂ ਦੇ ਵਿੱਚੋਂ ਇੱਕ ਕਿਸੇ ਪਿੰਡ ਵਿੱਚ ਰਹਿੰਦੀ ਭੂਆ ਨੂੰ, ਜਿਸ ਨੂੰ ਕਿ ਮਿਲਿਆਂ 10 ਸਾਲ ਹੋ ਚੁੱਕੇ ਸਨ, ਮਿਲ ਲਈ ਉਸ ਦੇ ਪਿੰਡ ਜਾਣ ਬਾਰੇ ਸੋਚਦਾ ਹੈ। ਕਿਉਂਕਿ ਸ਼ਹਿਰ ਦਾ ਖਾਣਾ ਖਾ ਖਾ ਕੇ ਲੇਖਕ ਜਾਂ ਉਹ ਜੋ ਇਸ ਕਹਾਣੀ ਦਾ ਮੁੱਖ ਪਾਤਰ ਹੈ, ਭਾਵ ਕਹਾਣੀਕਾਰ, ਬਹੁਤ ਅੱਕ ਜਾਂਦਾ ਹੈ ਅਤੇ ਫਿਰ ਉਹ ਫੈਸਲਾ ਕਰਦਾ ਹੈ ਕਿ ਬਰਾਤ ਦੇ ਵਿੱਚੋਂ ਜਿਸ ਦਿਨ ਜੰਝ ਜਾਂਦੀ ਹੈ ਉਸ ਦਿਨ ਦਾ ਖਾਣ ਪੀਣ ਅਤੇ ਦੁਪਹਿਰ ਵੇਲੇ ਦੇ ਖਾਣੇ ਨਾਲ ਮਿੱਠਾ ਖਾ ਕੇ ਲੇਖਕ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਅਤੇ ਉਹ ਸੋਚਦਾ ਹੈ ਕਿ ਆਪਣੀ ਭੂਆ ਕੋਲ ਚੱਲਦੇ ਹਾਂ। ਸੋ ਲੇਖਕ ਦੀ ਭੂਆ ਅੰਧਰਾਤੇ ਦੀ ਸ਼ਿਕਾਰ ਸੀ, ਭਾਵ ਉਹਨਾਂ ਨੂੰ ਹਨੇਰਾ ਹੋਣ 'ਤੇ ਘੱਟ ਦਿਖਾਈ ਦਿੰਦਾ ਸੀ। ਲੇਖਕ ਬਰਾਤ ਵਿੱਚੋਂ ਚਲੋ ਚਾਲ ਆਖਰ ਤੁਰਦਾ ਤੁਰਦਾ ਭੂਆ ਦੇ ਪਿੰਡ ਪਹੁੰਚ ਗਿਆ ਅਤੇ ਉੱਥੇ ਬੈਠੀ ਭੂਆ ਨੇ ਲੇਖਕ ਨੂੰ ਨਹੀਂ ਪਹਿਚਾਣਿਆ। ਲੇਖਕ ਦੇ ਦੱਸਣ ਤੋਂ ਬਾਅਦ ਭੂਆ ਨੇ ਆਪਣੇ ਪੋਤਰਿਆਂ ਨੂੰ ਆਵਾਜ਼ ਲਗਾਈ ਅਤੇ ਆਪਣੀ ਨੂੰਹ ਨੂੰ ਕਿਹਾ, ਆਓ ਭਾਈ, ਤੁਹਾਡਾ ਤਾਇਆ ਆਇਆ ਹੈ। ਅਤੇ ਲੇਖਕ ਦੀ ਭੂਆ ਦੀ ਨੂੰਹ ਲੇਖਕ ਦੇ ਵੱਡੇ ਹੋਣ ਕਰਕੇ ਉਸ ਦੇ ਛੋਟੇ ਭਰਾ ਦੀ ਘਰਵਾਲੀ ਸੀ, ਭਾਵ ਲੇਖਕ ਉਸ ਦਾ ਜੇਠ ਲੱਗਿਆ। ਅਤੇ ਭੂਆ ਨੇ ਪਹਿਚਾਨਣ ਤੋਂ ਬਾਅਦ ਲੇਖਕ ਦੇ ਸਿਰ ਦੇ ਉੱਪਰ, ਚਿਹਰੇ ਦੇ ਉੱਪਰ, ਪਿੱਠ ਦੇ ਉੱਪਰ ਹੱਥ ਫੇਰਿਆ ਅਤੇ ਭੂਆ ਲੇਖਕ ਦੇ ਆਲੇ ਦੁਆਲੇ ਇੰਝ ਲੱਗਿਆ ਜਿਵੇਂ ਲਿਪਟ ਗਈ ਹੋਵੇ। ਅਤੇ ਲੇਖਕ ਨੂੰ ਅੱਜ ਵੀ ਭੂਆ ਦੀ ਗੋਦ ਦਾ ਆਨੰਦ ਅਤੇ ਨਿੱਘ ਮਾਣਦਿਆਂ ਲੱਗ ਰਿਹਾ ਸੀ ਕਿ ਮੈਂ ਭੂਆ ਦੀ ਗੋਦ ਵਿੱਚ ਇੱਕ 25-30 ਸਾਲਾਂ ਦਾ ਦਾੜ੍ਹੀ ਮੁੱਛ ਵਾਲਾ ਬੱਚਾ ਪਿਆ ਹਾਂ। ਲੇਖਕ ਦੀ ਪ੍ਰਾਹੁਣਚਾਰੀ ਦੇ ਵਿੱਚ ਲੇਖਕ ਦੀ ਭਰਜਾਈ ਨੇ ਲੇਖਕ ਲਈ ਜੋ ਖਾਣਾ ਤਿਆਰ ਕੀਤਾ, ਬਟ ਜਿਹੜਾ ਲੇਖਕ ਸੀ ਉਹ ਭੂਆ ਦੇ ਘਰ ਇਸ ਲਈ ਆਇਆ ਸੀ ਕਿ ਇੱਥੇ ਮੈਂ ਸਿੰਪਲ ਅਤੇ ਸਾਦਾ ਖਾਣਾ ਖਾਵਾਂਗਾ ਅਤੇ ਅੱਜ ਦੀ ਰਾਤ ਖਾਣਾ ਨਾ ਖਾ ਕੇ ਕੱਲ੍ਹ ਖਾਣਾ ਖਾਵਾਂਗਾ। ਪਰ ਲੇਖਕ ਦੀ ਭੂਆ ਦੇ ਕਹਿਣ 'ਤੇ ਉਸ ਦੀ ਨੂੰਹ ਲੇਖਕ ਲਈ ਚੱਕੀ ਦੇ ਪੁੜਾਂ ਵਰਗੇ 2-3 ਪਰੌਂਠੇ, ਜਿਹੜੇ ਕਿ ਪੂਰੀ ਤਰ੍ਹਾਂ ਮੱਖਣ ਨਾਲ ਗੱਚ ਸਨ, ਅਤੇ ਸੇਵੀਆਂ ਜਿਨ੍ਹਾਂ ਦੇ ਉੱਪਰ ਸ਼ੱਕਰ ਪਾਈ ਹੋਈ ਸੀ ਅਤੇ ਦੇਸੀ ਘਿਓ ਦੇ ਵਿੱਚ ਨੁਚੜਦੀਆਂ, ਉਹ ਲੇਖਕ ਲਈ ਪਰੋਸ ਦਿੱਤੀਆਂ। ਲੇਖਕ ਬੜਾ ਸੰਗਦਾ ਉਹਨਾਂ ਸੇਵੀਆਂ ਨੂੰ ਖਾ ਰਿਹਾ ਸੀ ਅਤੇ ਬਹੁਤ ਤੰਗ ਪਰੇਸ਼ਾਨ ਹੋ ਰਿਹਾ ਸੀ। ਸੋ ਕਿਸੇ ਵੇਲੇ ਲੇਖਕ ਅੱਖ ਬਚਾ ਕੇ ਇੱਕ ਬੁੱਕ ਜਾਂ ਇੱਕ ਰੁੱਗ ਸੇਵੀਆਂ ਦਾ ਸੁੱਟਣ ਬਾਰੇ ਵੀ ਸੋਚਦਾ ਹੈ, ਤਦ ਹੀ ਉਸ ਦੀ ਭਰਜਾਈ ਇੱਕ ਹੋਰ ਪਰੌਂਠਾ ਲਿਆ ਕੇ ਉਸ ਦੀ ਪਲੇਟ ਵਿੱਚ ਜਾਂ ਉਸ ਦੇ ਥਾਲ ਵਿੱਚ ਰੱਖ ਦਿੰਦੀ ਹੈ, ਜਿਸ ਨੂੰ ਦੇਖ ਕੇ ਲੇਖਕ ਬਹੁਤ ਜ਼ਿਆਦਾ ਪਰੇਸ਼ਾਨੀ ਮਹਿਸੂਸ ਕਰਦਾ ਹੈ ਅਤੇ ਔਖਿਆਂ ਸੌਖਿਆਂ ਲੇਖਕ ਉਸ ਖਾਣੇ ਨੂੰ ਅੱਧ-ਪਚੱਧ ਖਾ ਕੇ ਉਸ ਖਾਣੇ ਤੋਂ ਆਪਣੀ ਛੁੱਟੀ ਕਰਦਾ ਹੈ। ਅਤੇ ਉਸ ਤੋਂ ਬਾਅਦ ਜਦੋਂ ਸ਼ਾਮ ਹੁੰਦੀ ਹੈ ਅਤੇ ਭੂਆ ਉਸ ਦੇ ਦੁਆਲੇ ਬਹਿ ਕੇ ਗੱਲਬਾਤ ਕਰਦੀ, ਆਪਦੀ ਜਠਾਣੀ ਦੇ ਫੁੱਲਾਂ ਦੀ ਗੱਲ ਦੱਸਦੀ ਹੈ ਕਿ ਪਿਛਲੇ ਸਾਲ ਮੈਂ ਮੇਰੀ ਜਠਾਣੀ ਦੇ ਫੁੱਲ ਪਾ ਕੇ ਆਈ ਸੀ। ਅਤੇ ਲੇਖਕ ਦੀ ਹੁੰਦੀ ਸੇਵਾ ਵੇਖ ਕੇ ਲੇਖਕ ਕਹਿੰਦਾ ਕਿ ਪਿਛਲੇ ਸਾਲ ਤਾਂ ਤੁਸੀਂ ਆਪਣੀ ਜਠਾਣੀ ਦੇ ਫੁੱਲ ਪਾਏ ਸਨ ਅਤੇ ਹੁਣ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ ਫੁੱਲ ਜ਼ਰੂਰ ਪਾ ਕੇ ਆਓਗੇ। ਇਹ ਗੱਲ ਲੇਖਕ ਉਸ ਵੇਲੇ ਕਹਿੰਦਾ ਹੈ ਜਦੋਂ ਉਸ ਦੇ ਕੋਲ ਬੈਠਦੇ ਉਸ ਦੀ ਭੂਆ ਕਹਿੰਦੀ ਆ ਕਿ ਲਿਆ ਕੁੜੇ, ਮੇਰੇ ਭਤੀਜੇ ਲਈ ਦੁੱਧ ਲੈ ਕੇ ਆ। ਸੋ ਦੁੱਧ ਨੂੰ ਲੇਖਕ ਇੱਕ ਘੁੱਟ ਵੀ ਨਹੀਂ ਸੀ ਭਰ ਸਕਦਾ ਅਤੇ ਲੇਖਕ ਨੇ ਜਦੋਂ ਉਸ ਦੀ ਭਰਜਾਈ ਦੁੱਧ ਲੈ ਕੇ ਆਈ, ਉਸ ਨੂੰ ਆਪਣੇ ਮੰਜੇ ਦੀਆਂ ਪੈਂਦਾ ਉੱਪਰ ਰੱਖ ਲਿਆ ਅਤੇ ਅਚਾਨਕ ਹਿਲ ਜੁਲ ਕਰਕੇ ਉਸ ਦਾ ਜਿਹੜਾ ਦੁੱਧ ਡੁੱਲ ਜਾਂਦਾ ਅਤੇ ਲੇਖਕ ਬਹੁਤ ਖੁਸ਼ ਹੁੰਦਾ ਅੰਦਰੋਂ ਅੰਦਰੀ ਕਿ ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ। ਸੋ ਲੇਖਕ ਕਹਿੰਦਾ ਹੈ ਕਿ ਵਧੀਆ ਹੋਇਆ ਦੁੱਧ ਡੁੱਲ ਗਿਆ ਅਤੇ ਮੇਰੀ ਜਾਨ ਬਚ ਗਈ। ਪਰ ਉਸ ਦੀ ਭੂਆ ਕਹਿੰਦੀ ਹੈ ਕਿ ਜਾ ਕੁੜੇ, ਮੇਰਾ ਭਤੀਜ ਅੱਜ ਭੁੱਖਾ ਸੌਵੇਗਾ, ਇਸ ਲਈ ਦੁੱਧ ਲੈ ਕੇ ਆ। ਅਤੇ ਜਦੋਂ ਉਸ ਦੀ
ਭਰਜਾਈ ਭਾਵ ਉਸਦੀ ਭੂਆ ਦੀ ਨੂੰਹ ਦੁੱਧ ਲੈਣ ਜਾਂਦੀ ਹੈ ਅਤੇ ਉਹ ਆ ਕੇ ਭੂਆ ਨੂੰ ਦੱਸਦੀ ਹੈ ਕਿ ਅਸੀਂ ਜੋ ਦੁੱਧ ਬਚਦਾ ਪਿਆ ਸੀ ਉਸ ਨੂੰ ਜਾਗ ਲਾ ਦਿੱਤੀ। ਅਤੇ ਭੂਆ ਉਸ ਨੂੰ ਗੁੱਸੇ ਵਿੱਚ ਕਹਿੰਦੀ ਆ ਕਿ ਸਾਰੇ ਦੁੱਧ ਨੂੰ ਹੀ ਜਾਗ ਕਿਉਂ ਲਾਈ। ਫਿਰ ਕੀ ਹੋਇਆ ਕਿ ਸਾਰੇ ਪਿੰਡ ਵਿੱਚ ਦੁੱਧ ਦਾ ਕਾਲ ਪੈ ਗਿਆ ਅਤੇ ਉਸ ਨੂੰ ਕਹਿੰਦੀ ਹੈ ਕਿ ਜਾ ਤੂੰ ਆਪਣੇ ਗੁਆਂਢੀ ਰਾਮੇ ਕੇ ਘਰੋਂ ਦੁੱਧ ਲੈ ਕੇ ਆ। ਅਤੇ ਉਸ ਦੀ ਨੂੰਹ ਭਾਵ ਲੇਖਕ ਦੀ ਭਰਜਾਈ ਜਦੋਂ ਰਾਮੇ ਕੇ ਘਰ ਦੁੱਧ ਲੈਣ ਜਾਂਦੀ ਹੈ ਤਾਂ ਲੇਖਕ ਦੀ ਇੱਕ ਅੱਖ ਆਪਣੀ ਭੂਆ ਵੱਲ ਅਤੇ ਇੱਕ ਅੱਖ ਬੂਹੇ ਵੱਲ ਹੁੰਦੀ ਹੈ ਕਿ ਕਿਤੇ ਹੁਣ ਮੇਰੀ ਭਰਜਾਈ ਦੁੱਧ ਲੈ ਨਾ ਆਵੇ, ਵੀ ਜੇਕਰ ਦੁੱਧ ਲੈ ਆਈ ਤਾਂ ਮੈਂ ਖਾ ਕੇ ਹੀ ਮਰ ਜਾਵਾਂਗਾ, ਮੈਨੂੰ ਇਹਨਾਂ ਨੇ ਖਵਾ ਦੇਣਾ ਕਿ ਮੈਨੂੰ ਨਹੀਂ ਲੱਗਦਾ ਸਵੇਰੇ ਬਚਾਂਗਾ। ਅਤੇ ਉਹ ਫਿਰ ਖਾਲੀ ਛੰਨਾ ਲੈ ਮੁੜਦੀ ਹੈ ਅਤੇ ਉਸ ਦੇ ਭੂਆ ਦੇ ਪੁੱਛਣ 'ਤੇ ਉਹ ਆਖਦੀ ਹੈ ਕਿ ਉਹਨਾਂ ਦਾ ਕੱਟਾ ਦੁੱਧ ਚੁੰਘ ਗਿਆ, ਜਾਂ ਉਹਨਾਂ ਦਾ ਜਿਹੜੀ ਕੱਟੀ ਸੀ ਉਹ ਦੁੱਧ ਚੁੰਘ ਗਈ, ਭਾਵ ਕਿ ਉਸ ਮੱਝ ਦਾ ਜੋ ਬੱਚਾ ਸੀ ਉਹ ਦੁੱਧ ਪੀ ਜਾਂਦਾ ਹੈ ਅਤੇ ਉਸ ਨੂੰ ਗੁਆਂਢੀਆਂ ਦੇ ਘਰੋਂ ਵੀ ਦੁੱਧ ਨਹੀਂ ਮਿਲਦਾ। ਅਤੇ ਭੂਆ ਬੜੇ ਅਫਸੋਸ ਨਾਲ ਕਹਿੰਦੀ ਹੈ ਕਿ ਮੇਰਾ ਭਤੀਜ ਆਇਆ ਸੀ ਵਿਚਾਰਾ ਹੁਣ ਭੁੱਖਾ ਹੀ ਸੌਵੇਗਾ, ਅਤੇ ਉਸ ਦੀ ਟੂਹੀਂ ਦੇ ਉੱਪਰ ਉਸ ਦੀ ਪਿੱਠ ਦੇ ਉੱਪਰ ਹੱਥ ਫੇਰਦੀ ਅਫਸੋਸ ਜ਼ਾਹਿਰ ਕਰਦੀ ਹੈ। ਸੋ ਇਸ ਕਹਾਣੀ ਦੇ ਵਿੱਚ ਜੋ ਅਸੀਂ ਸੁਣਿਆ ਅਤੇ ਸਮਝਿਆ ਉਹ ਇਹ ਹੈ ਕਿ ਇਹ ਜਿਹੜਾ ਪਾਠ ਹੈ ਨਿਰੋਲ ਪ੍ਰਾਹੁਣਚਾਰੀ ਦੇ ਨਾਲ ਸੰਬੰਧ ਰੱਖਦਾ ਹੈ ਕਿ ਲੇਖਕ ਜਿਵੇਂ ਕਿਸੇ ਵਿਆਹ ਦੇ ਵਿੱਚ ਜਾਂਦਾ ਹੈ, ਉੱਥੋਂ ਕਿੰਨਾ ਰੱਜ ਪੁੱਜ ਕੇ ਉਹ ਆਪਣੀ ਭੂਆ ਦੇ ਘਰ ਜਾਂ ਪਿੰਡ ਪਹੁੰਚਦਾ, ਪਰ ਉਸ ਦੇ ਘਰ ਜਿਹੜੀ ਉਸ ਦੀ ਖਾਤਰਦਾਰੀ ਹੁੰਦੀ ਆ। ਇੱਥੇ ਇੱਕ ਭੂਆ ਅਤੇ ਭਤੀਜੇ ਦੇ ਪਿਆਰ ਦੇ ਨਿੱਘ ਨੂੰ ਵੀ ਦਰਸਾਇਆ ਗਿਆ ਅਤੇ ਬਾਕੀ ਪੇਂਡੂ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਆਏ ਪ੍ਰਾਹੁਣਿਆਂ ਦੀ ਇੱਜ਼ਤ ਕਰਦੇ ਹਨ ਉਸ ਨੂੰ ਵੀ ਪੇਸ਼ ਕੀਤਾ ਗਿਆ ਹੈ। ਸੋ ਆਓ ਬੱਚਿਓ, ਇਸ ਚੈਪਟਰ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਹਨ, ਆਓ ਉਹਨਾਂ ਨੂੰ ਪੜ੍ਹਦੇ ਹਾਂ ਅਤੇ ਸਮਝਦੇ ਹਾਂ। ਲੇਖਕ ਨੂੰ 30-35 ਵਰ੍ਹੇ ਪਹਿਲਾਂ ਭੂਆ ਦੀਆਂ ਕਿਹੜੀਆਂ ਗੱਲਾਂ ਯਾਦ ਸਨ? ਉੱਤਰ ਹੈ ਕਹਾਣੀਕਾਰ ਨੂੰ ਯਾਦ ਸੀ ਕਿ 30-35 ਵਰ੍ਹੇ ਪਹਿਲਾਂ ਜਦੋਂ ਉਹ ਅਜੇ ਨਿੱਕਾ ਹੁੰਦਾ ਸੀ ਤਾਂ ਭੂਆ ਉਸ ਨੂੰ ਉਂਗਲੀ ਲਾ ਕੇ ਪਿਆਰ ਨਾਲ ਪੁਚਕਾਰ ਕੇ ਸਕੂਲ ਛੱਡਣ ਜਾਂਦੀ ਸੀ ਅਤੇ ਅੱਧੀ ਛੁੱਟੀ ਵੇਲੇ ਉਹ ਉਸ ਲਈ ਮਲਾਈ ਵਾਲੇ ਦੁੱਧ ਦਾ ਕੌਲ ਲੈ ਕੇ ਸਕੂਲ ਆਇਆ ਕਰਦੀ ਸੀ। ਕੌਲ ਹੁੰਦੀ ਹੈ ਬੇਟਾ ਮਲਾਈ ਵਾਲੇ ਦੁੱਧ ਦਾ ਕੌਲਾ। ਅਤੇ ਲੇਖਕ ਕਹਿੰਦਾ ਕਿ 30-35 ਵਰ੍ਹੇ ਹੋ ਗਏ ਜਦੋਂ ਮੈਂ ਨਿੱਕਾ ਹੁੰਦਾ ਸੀ, ਮੇਰੀ ਭੂਆ ਮੈਨੂੰ ਉਂਗਲ ਲਾ ਕੇ ਭਾਵ ਬੜੇ ਪਿਆਰ ਨਾਲ ਪੁਚਕਾਰ ਕੇ ਸਕੂਲ ਛੱਡਣ ਜਾਇਆ ਕਰਦੀ ਸੀ ਅਤੇ ਅੱਧੀ ਛੁੱਟੀ ਵੇਲੇ ਮੇਰੇ ਲਈ ਮਲਾਈ ਵਾਲਾ ਦੁੱਧ ਲੈ ਕੇ ਆਇਆ ਕਰਦੀ ਸੀ। ਸਵਾਲ ਨੰਬਰ 2, ਲੇਖਕ ਭੂਆ ਦੇ ਪਿੰਡ ਕਿਉਂ ਗਿਆ? ਉੱਤਰ ਹੈ ਲੇਖਕ ਭੂਆ ਦੇ ਪਿੰਡ ਇਸ ਕਰਕੇ ਗਿਆ ਸੀ ਕਿਉਂਕਿ ਭੂਆ ਦਾ ਉਸ ਨਾਲ ਬਚਪਨ ਤੋਂ ਹੀ ਬੜਾ ਪਿਆਰ ਸੀ ਅਤੇ ਹੁਣ ਉਸ ਨੂੰ ਭੂਆ ਨੂੰ ਮਿਲਿਆਂ 10 ਵਰ੍ਹਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਸੀ। ਨਾਲ ਹੀ ਭੂਆ ਕਹਾਣੀਕਾਰ ਦੇ ਵੱਡੇ ਵਡੇਰਿਆਂ ਵਿੱਚੋਂ ਜਿਹੜੇ ਉਸ ਨੂੰ ਕਾਕਾ ਪੁੱਤਰ ਆਖ ਕੇ ਬੁਲਾਉਣ ਦਾ ਅਧਿਕਾਰ ਰੱਖਦੇ ਸਨ, ਇੱਕੋ ਇੱਕ ਬਚੀ ਹੋਈ ਪੁਰਾਣੀ ਬੁੱਢੀ ਸੀ। ਸੋ ਪਿਆਰੇ ਬੱਚੇ, ਜਿਹੜਾ ਲੇਖਕ ਆਪਣੀ ਭੂਆ ਨੂੰ ਮਿਲਿਆ ਕਾਫੀ ਸਮਾਂ ਹੋ ਚੁੱਕਿਆ ਸੀ, ਸੋ ਉਹ ਆਪਣੀ ਭੂਆ ਨੂੰ ਮਿਲ ਚੱਲਿਆ ਕਿਉਂਕਿ 10 ਵਰ੍ਹਿਆਂ ਬਾਅਦ ਉਹ ਆਪਣੀ ਭੂਆ ਕੋਲ ਜਾਂਦਾ ਹੈ। ਅਤੇ ਲੇਖਕ ਦੇ ਵੱਡ ਵਡੇਰਿਆਂ ਵਿੱਚੋਂ ਵੱਡੀ ਉਮਰ ਦੀ ਇੱਕੋ ਇੱਕ ਭੂਆ ਬਚੀ ਸੀ ਜੋ ਉਸ ਨੂੰ ਕਾਕਾ ਪੁੱਤਰ ਆਖ ਕੇ ਬੁਲਾਉਂਦੀ ਸੀ ਅਤੇ ਕਹਿੰਦੀ ਹੁੰਦੀ ਸੀ ਭੂਆ ਕਿ ਅਸੀਂ ਤੈਨੂੰ ਬੜੀਆਂ ਸੁੱਖਾਂ ਸੁੱਖ ਕੇ ਬੜੀਆਂ ਮੰਨਤਾਂ ਮੰਗ ਕੇ ਲਿਆ ਸੀ। ਸੋ ਇਸ ਕਰਕੇ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਲੇਖਕ ਵਿਆਹ ਦੇ ਵਿੱਚ ਤਲੀਆਂ ਹੋਈਆਂ ਚੀਜ਼ਾਂ ਖਾ ਕੇ ਅੱਕ ਚੁੱਕਿਆ ਸੀ। ਉਹ ਸਿੰਪਲ ਸਾਦਾ ਅਤੇ ਹਲਕਾ ਭੋਜਨ ਖਾਣ ਲਈ ਅਤੇ ਭੂਆ ਨੂੰ ਮਿਲਣ ਲਈ ਅਤੇ ਆਪਣਾ ਜੋ ਸਰੀਰ ਦੇ ਉੱਪਰ ਉਸ ਨੂੰ ਕਸ਼ਟ ਮਹਿਸੂਸ ਹੋ ਰਿਹਾ ਸੀ ਤਲੀਆਂ ਹੋਈਆਂ ਚੀਜ਼ਾਂ ਦਾ, ਉਸ ਤੋਂ ਨਿਆਤ ਪਾਉਣ ਲਈ, ਉਸ ਤੋਂ ਰਾਹਤ ਪਾਉਣ ਲਈ ਵੀ ਭੂਆ ਦੇ ਪਿੰਡ ਗਿਆ ਸੀ। ਜੇਕਰ ਅਸੀਂ ਇਸ ਚੈਪਟਰ ਦੇ ਮੁਤਾਬਕ ਸਮਝੀਏ ਤਾਂ 10 ਵਰ੍ਹੇ ਹੋ ਗਏ ਸਨ ਲੇਖਕ ਨੂੰ ਭੂਆ ਨੂੰ ਮਿਲਿਆ। ਉਹ ਆਪਣੀ ਭੂਆ ਨੂੰ ਮਿਲਣ ਗਿਆ ਅਤੇ ਆਪਣੇ ਦੁੱਖ ਸੁੱਖ ਸਾਂਝੇ ਕਰਨ ਗਿਆ ਸੀ। ਅੱਗੇ ਹੈ ਸਵਾਲ ਨੰਬਰ 3, ਭੂਆ ਨੇ ਆਪਣੇ ਭਤੀਜੇ ਲਈ ਮੋਹ ਕਿਵੇਂ ਪ੍ਰਗਟ ਕੀਤਾ? ਮੋਹ ਹੁੰਦਾ ਬੇਟਾ ਰਿਸਪੈਕਟ, ਸਤਿਕਾਰ, ਪਿਆਰ। ਅੰਧਰਾਤੇ ਦੀ ਕਸਰ ਹੋਣ ਕਰਕੇ, ਕਸਰ ਹੁੰਦਾ ਬੇਟਾ ਘਾਟ, ਕਮੀ, ਉਹਨੂੰ ਅੱਧੀ ਰਾਤ ਜਾਂ ਇਹ ਕਹਦੇ ਕਿ ਮੂੰਹ ਹਨੇਰੇ ਤੋਂ ਬਾਅਦ ਨਾ ਦੇਖਣਾ, ਉਸ ਚੀਜ਼ ਨੂੰ ਅੰਧਰਾਤਾ ਕਿਹਾ ਜਾਂਦਾ ਹੈ। ਅੰਧਰਾਤੇ ਦੀ ਕਸਰ ਹੋਣ ਕਰਕੇ ਪਹਿਲਾਂ ਤਾਂ ਭੂਆ ਨੇ ਕਹਾਣੀਕਾਰ ਨੂੰ ਪਛਾਣਿਆ ਹੀ ਨਹੀਂ, ਪਰੰਤੂ
ਜਦੋਂ ਉਸਨੇ ਆਪਣਾ ਨਾਂ ਦੱਸਿਆ ਤਾਂ ਸਾਰੀ ਦੀ ਸਾਰੀ ਭੂਆ ਉਸ ਦੇ ਦੁਆਲੇ ਲਿਪਟ ਗਈ। ਚੁੰਮ ਚੁੰਮ ਕੇ ਉਸਨੇ ਉਸ ਦਾ ਮੂੰਹ ਗਿੱਲਾ ਕਰ ਛੱਡਿਆ ਤੇ ਖੁਸ਼ੀ ਵਿੱਚ ਆਪਣੇ ਪੋਤੇ ਪੋਤਰੀਆਂ ਨੂੰ ਬਾਜਾਂ ਮਾਰਦੀ ਹੋਈ ਦੱਸਣ ਲੱਗੀ ਕਿ ਉਹਨਾਂ ਦਾ ਤਾਇਆ ਆਇਆ ਹੈ। ਉਸਨੇ ਆਪਣੀ ਨੂੰਹ ਨੂੰ ਹੁਕਮ ਦੇ ਕੇ ਕਹਾਣੀਕਾਰ ਦੀ ਨਾਂਹ ਨੁੱਕਰ ਦੀ ਪਰਵਾਹ ਕੀਤੇ ਬਿਨਾਂ ਉਸ ਨੂੰ ਪਰੌਂਠਿਆਂ, ਸੇਵੀਆਂ, ਸ਼ੱਕਰ, ਘਿਓ ਤੇ ਦੁੱਧ ਨਾਲ ਰਜਾਉਣਾ ਚਾਹਿਆ। ਉਹ ਸਮਝਦੀ ਸੀ ਕਿ ਕਹਾਣੀਕਾਰ ਭੁੱਖਾ ਹੈ। ਜਦੋਂ ਕਹਾਣੀ ਦੇ ਅੰਤ ਵਿੱਚ ਭੂਆ ਨੇ ਦੇਖਿਆ ਕਿ ਉਸ ਦੇ ਭਤੀਜੇ ਲਈ ਦੁੱਧ ਨਹੀਂ ਮਿਲਿਆ ਤਾਂ ਉਹ ਸ਼ਰਮਿੰਦਗੀ ਤੇ ਰਹਿਮ ਭਰੇ ਭਾਵਾਂ ਨਾਲ ਕਹਾਣੀਕਾਰ ਦੀ ਪਿੱਠ ਉੱਤੇ ਹੱਥ ਫੇਰਦੀ ਹੋਈ ਬੋਲੀ, ਕਾਕਾ ਭੁੱਖਾ ਹੀ ਸੋਵੇਂਗਾ ਹੁਣ। ਹਾਏ ਮਾਂ ਸਦਕੇ, ਇਹ ਰਮਾਨ ਪਿਆ ਲੱਗਦਾ ਏ ਮੈਨੂੰ। ਇਸ ਪ੍ਰਕਾਰ ਕਹਾਣੀਕਾਰ ਦੀ ਭੂਆ ਨੇ ਉਸ ਪ੍ਰਤੀ ਆਪਣਾ ਬੇਹੱਦ ਮੋਹ ਪ੍ਰਗਟ ਕੀਤਾ। ਸੋ ਬੇਟੇ, ਉੱਪਰ ਜੇ ਅਸੀਂ ਦੇਖੀਏ ਤਾਂ ਇਸ ਸਵਾਲ ਦਾ ਜਿਹੜਾ ਉੱਤਰ ਉਹਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਤਾਂ ਇਹ ਹੈ ਕਿ ਜਦੋਂ ਲੇਖਕ ਨੂੰ ਪਹਿਚਾਣਦੀ ਹੈ ਤਾਂ ਉਸ ਨੂੰ ਬੜੇ ਗਰਮਜੋਸ਼ੀ ਨਾਲ ਮਿਲਦੀ ਹੈ, ਅਤੇ ਦੂਸਰਾ ਉਹ ਆਪਣੇ ਭਤੀਜੇ ਲਈ ਖਾਣ ਪੀਣ ਅਤੇ ਦੁੱਧ ਦਾ ਜਿਹੜਾ ਪ੍ਰਬੰਧ ਕਰਦੀ ਹੈ ਸ਼ਾਮ ਵੇਲੇ। ਇਹਨਾਂ ਦੋ ਗੱਲਾਂ ਤੋਂ ਭੂਆ ਦਾ ਲੇਖਕ ਪ੍ਰਤੀ ਜਿਹੜਾ ਅਥਾਹ ਪਿਆਰ ਹੈ ਉਹ ਸਾਨੂੰ ਪ੍ਰਗਟ ਹੁੰਦਾ ਹੈ, ਸਾਨੂੰ ਵਿਖਾਈ ਦਿੰਦਾ ਹੈ। ਸੋ ਆਓ ਪੜ੍ਹਦੇ ਹਾਂ ਸਵਾਲ ਨੰਬਰ 4। ਅੱਗੇ ਜਠਾਣੀ ਦੇ ਫੁੱਲ ਲੈ ਕੇ ਗਈ ਸੈਂ, ਹੁਣ ਭਾਵੇਂ ਭਤੀਜੇ ਦੇ ਫੁੱਲਾਂ ਦੀ ਵਾਰੀ ਹੈ। ਇਹ ਗੱਲ ਭਤੀਜੇ ਨੇ ਕਿਉਂ ਸੋਚੀ? ਸੋ ਬੇਟੇ, ਜਦੋਂ ਉਹ ਖਾ ਖਾ ਕੇ ਰੱਜ ਚੁੱਕਿਆ, ਉਹਨੂੰ ਲੱਗ ਰਿਹਾ ਕਿ ਮੈਂ ਖਾਣ ਕਰਕੇ ਮਰ ਹੀ ਜਾਵਾਂਗਾ, ਤਦ ਲੇਖਕ ਦੇ ਮਨ ਵਿੱਚ ਇਹ ਖਿਆਲ ਆਉਂਦਾ ਹੈ। ਆਓ ਪੜ੍ਹਦੇ ਹਾਂ ਉੱਤਰ। ਕਹਾਣੀਕਾਰ ਨੇ ਜੰਝ ਵਿੱਚ ਦੁਪਹਿਰ ਦੀ ਰੋਟੀ ਨਾਲ ਆਪਣੀ ਤਬੀਅਤ ਖਰਾਬ ਹੋਈ ਦੇਖ ਕੇ ਰਾਤੀ ਰੋਟੀ ਨਾ ਖਾਣ ਦਾ ਫੈਸਲਾ ਕੀਤਾ ਸੀ, ਪਰੰਤੂ ਜਦੋਂ ਉਸਨੇ ਵਾਰ-ਵਾਰ ਨਾ ਕਰਨ 'ਤੇ ਵੀ ਭੂਆ ਦੇ ਹੁਕਮ ਅਨੁਸਾਰ ਉਸ ਦੀ ਨੂੰਹ ਨੇ ਉਸ ਅੱਗੇ ਰੋਟੀ ਦਾ ਥਾਲ ਲਿਆ ਰੱਖਿਆ, ਜਿਸ ਵਿੱਚ ਘਿਓ ਨਾਲ ਗੁੰਨੇ ਹੋਏ 2 ਚੱਕੀ ਦੇ ਪੁੜ ਜਿੱਡੇ ਪਰੌਂਠੇ ਪਏ ਸਨ ਅਤੇ ਇੱਕ ਪਾਸੇ ਮੋਟੀਆਂ-ਮੋਟੀਆਂ ਸੇਵੀਆਂ ਦਾ ਅੰਬਾਰ ਉਸਰਿਆ ਪਿਆ ਸੀ। ਅੰਬਾਰ ਉਸਰਨ ਦਾ ਭਾਵ ਬੇਟਾ ਢੇਰ ਲਾ ਦੇਣਾ, ਮਤਲਬ ਐਡਾ ਵੀ ਢੇਰ ਨਹੀਂ ਸੀ ਬੇਟਾ, ਥਾਲ ਦੇ ਮੁਤਾਬਕ, ਮਤਲਬ ਕਾਫੀ ਸੇਵੀਆਂ ਉਸ ਥਾਲ ਵਿੱਚ ਪਈਆਂ ਸਨ ਅਤੇ ਘਿਓ ਨਾਲ ਭਿੱਜੇ ਹੋਏ ਪਰੌਂਠੇ ਪਏ ਸਨ, ਜਿਸ ਉੱਪਰ ਬੁੱਕ ਸਾਰੀ ਸ਼ੱਕਰ ਦੀ ਤਹਿ ਵਿਛੀ ਹੋਈ ਸੀ। ਸੇਵੀਆਂ ਦੇ ਉੱਪਰ ਬੇਟਾ ਬੁੱਕ ਸਾਰੀ ਸ਼ੱਕਰ ਵੀ ਪਾਈ ਹੋਈ ਸੀ। ਤਾਂ ਉਸ ਨੂੰ ਆਪਣੇ ਢਿੱਡ ਵੱਲ ਦੇਖ ਕੇ ਇਹ ਪ੍ਰਤੀਤ ਹੋ ਰਿਹਾ ਸੀ ਕਿ ਇੰਨਾ ਕੁਝ ਖਾ ਕੇ ਉਹ ਬਚ ਨਹੀਂ ਸਕੇਗਾ। ਉਸ ਨੂੰ ਜਾਪਿਆ ਕਿ ਭੂਆ ਜਿੰਨਾ ਖਾਣਾ ਖਾਣ ਲਈ ਉਸ ਨੂੰ ਮਜਬੂਰ ਕਰ ਰਹੀ ਹੈ, ਇੰਨੇ ਨਾਲ ਉਹ ਮਰ ਜਾਵੇਗਾ। ਅਤੇ ਅੱਗੇ ਤਾਂ ਉਹ ਮਰੀ ਜਠਾਣੀ ਦੇ ਫੁੱਲ ਲੈ ਕੇ ਗੰਗਾ ਗਈ ਸੀ, ਪਰ ਹੁਣ ਸ਼ਾਇਦ ਉਸ ਨੂੰ ਬਹੁਤਾ ਖਾਣਾ ਖਵਾ ਕੇ ਮਾਰੇ ਭਤੀਜੇ ਦੇ ਫੁੱਲ ਗੰਗਾ ਲਿਜਾਣੇ ਪੈਣ। ਸੋ ਬੇਟਾ, ਉਹ ਜ਼ਿਆਦਾ ਖਾਣ ਕਰਕੇ ਮਰ ਜਾਣ ਕਰਕੇ ਫਿਰ ਸੋਚਦਾ ਹੈ ਕਿ ਜੇ ਮੈਂ ਮਰ ਗਿਆ, ਪਹਿਲਾਂ ਤੂੰ ਜਠਾਣੀ ਦੇ ਫੁੱਲ ਪਾ ਕੇ ਆਈ ਸੈਂ ਭੂਆ, ਹੁਣ ਤੂੰ ਮੇਰੇ ਫੁੱਲ ਪਾਏਂਗੀ। ਇਹ ਬੇਟਾ ਉਹ ਲੇਖਕ ਸੋਚਦਾ ਹੈ ਜਦੋਂ ਉਸਦੇ ਅੱਗੇ ਪਰੌਂਠੇ, ਸੇਵੀਆਂ ਅਤੇ ਸ਼ੱਕਰ ਪਈ ਹੁੰਦੀ ਹੈ। ਪ੍ਰਸ਼ਨ ਨੰਬਰ 5। ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ। ਇਸ ਕਹਾਵਤ ਦਾ ਕੀ ਅਰਥ ਹੈ? ਇਸ ਕਹਾਣੀ ਵਿੱਚ ਇਹ ਗੱਲ ਕਿਸ ਨੇ ਆਖੀ ਤੇ ਕਿਉਂ? ਉੱਤਰ ਹੈ, ਇਸ ਕਹਾਵਤ ਦਾ ਅਰਥ ਹੈ ਕਿ ਇਹ ਚੰਗਾ ਹੋਇਆ ਕਿ ਉਹ ਸਾਧਨ ਹੀ ਖਤਮ ਹੋ ਗਿਆ, ਜਿਸ ਕਾਰਨ ਕੋਈ ਦੁਖਦਾਈ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਸੀ। ਹੁਣ ਉੱਥੇ ਬੜਾ ਜਦੋਂ ਉਹਦਾ ਦੁੱਧ ਡੁੱਲਦਾ, ਹੁਣ ਦੁੱਧ ਨੂੰ ਪੀਣਾ ਉਸ ਲਈ ਮਰਨ ਸਮਾਨ ਸੀ। ਜਦੋਂ ਦੁੱਧ ਡੁੱਲਦਾ ਹੈ ਅਤੇ ਤਦ ਲੇਖਕ ਇਹ ਕਹਾਵਤ ਆਪਣੇ ਮਨ ਵਿੱਚ ਲੈ ਕੇ ਆਉਂਦਾ ਹੈ। ਭੂਆ ਕਹਾਣੀ ਵਿੱਚ ਇਹ ਕਹਾਵਤ ਕਹਾਣੀਕਾਰ ਨੇ ਆਖੀ ਹੈ। ਗੱਲ ਇਸ ਤਰ੍ਹਾਂ ਹੋਈ ਕਿ ਕਹਾਣੀਕਾਰ ਭੂਆ ਦੇ ਮਜਬੂਰ ਕਰਨ 'ਤੇ ਬਹੁਤਾ ਖਾ ਖਾ ਕੇ ਪੇਟ ਦੀ ਤਕਲੀਫ ਕਾਰਨ ਮਰਨਹਾਰਾ ਹੋਇਆ ਪਿਆ ਸੀ, ਭਾਵ ਉਹ ਬਹੁਤ ਤੰਗ ਹੋ ਚੁੱਕਿਆ ਸੀ, ਉਹਨੂੰ ਅਫਰੇਮਾ ਭਾਵ
ਉਹਦਾ ਪੇਟ ਫੁੱਲ ਚੁੱਕਿਆ ਸੀ। ਪਰੰਤੂ ਭੂਆ ਉਸ ਨੂੰ ਅਜੇ ਵੀ ਦੁੱਧ ਦਾ ਛੰਨਾ ਪੀਣ ਲਈ ਮਜਬੂਰ ਕਰ ਰਹੀ ਸੀ। ਕਹਾਣੀਕਾਰ ਨੇ ਜਰਾ ਹੁਸ਼ਿਆਰੀ ਨਾਲ ਦੁੱਧ ਦੇ ਛੰਨੇ ਨੂੰ ਮੰਜੇ ਦੀ ਹੀਂਗ 'ਤੇ ਰੱਖ ਲਿਆ, ਜੋ ਕਿ ਬਹੁਤ ਚੌੜੀ ਨਹੀਂ ਸੀ। ਛੰਨਾ ਡਿੱਗ ਪਿਆ ਅਤੇ ਦੁੱਧ ਭੁੰਜੇ ਡੁੱਲ ਗਿਆ। ਭੂਆ ਨੇ ਆਪਣੀ ਨੂੰਹ ਨੂੰ ਹੋਰ ਦੁੱਧ ਲਿਆਉਣ ਲਈ ਕਿਹਾ। ਜਦੋਂ ਉਸ ਨੂੰ ਪਤਾ ਲੱਗਾ ਕਿ ਘਰ ਦੇ ਦੁੱਧ ਨੂੰ ਜਾਗ ਲੱਗ ਚੁੱਕਾ ਹੈ, ਜਾਗ ਬੇਟਾ ਦਹੀਂ ਬਣਾਉਣ ਲਈ ਅਸੀਂ ਦੁੱਧ ਨੂੰ ਉਬਾਲ ਕੇ ਉਸ ਵਿੱਚ ਕੁਝ ਦਹੀਂ ਦਾ ਹਿੱਸਾ ਪਾ ਦਿੰਦੇ ਹਾਂ, ਤੋ ਸਵੇਰ ਵੇਲੇ ਨੂੰ ਉਹ ਜਿਹੜਾ ਦੁੱਧ ਆ ਉਹ ਦਹੀਂ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਜਾਂ ਅਸੀਂ ਜਦੋਂ ਲੱਸੀ ਬਣਾਉਣੀ ਹੈ ਉਦੋਂ ਵੀ ਉਸ ਨੂੰ ਜਾਗ ਲਗਾ ਦਿੰਦੇ ਹਾਂ। ਤਾਂ ਉਸ ਨੇ ਨੂੰਹ ਨੂੰ ਜਦੋਂ ਵੀ ਪਤਾ ਲੱਗਾ ਕਿ ਉਹਨਾਂ ਦੇ ਪਏ ਬਾਕੀ ਦੁੱਧ ਨੂੰ ਉਸ ਦੀ ਨੂੰਹ ਨੇ ਜਾਗ ਲਗਾ ਦਿੱਤਾ ਹੈ, ਤਾਂ ਉਸ ਨੇ ਨੂੰਹ ਨੂੰ ਰਾਮੇ ਕਿਆਂ ਜੋ ਦੁੱਧ ਲੈਣ ਲਈ ਭੇਜ ਦਿੱਤਾ। ਰਾਮੇ ਕਿਆਂ ਤੋਂ ਭਾਵ ਉਹਨਾਂ ਦੇ ਰਾਮਾ ਗਵਾਂਢੀ ਦਾ ਨਾਮ ਹੈ, ਵੀ ਉਹਨਾਂ ਦੇ ਘਰੋਂ ਦੁੱਧ ਲੈ ਕੇ ਆ। ਪਰੰਤੂ ਨੂੰਹ ਉੱਥੋਂ ਖਾਲੀ ਛੰਨਾ ਲੈ ਕੇ ਮੁੜੀ, ਕਿਉਂਕਿ ਉਹਨਾਂ ਦੀ ਕੱਟੀ ਦੁੱਧ ਚੁੰਘ ਗਈ ਸੀ। ਇਸ 'ਤੇ ਭੂਆ ਭਾਵੇਂ ਬਹੁਤ ਔਖੀ ਹੋਈ, ਪਰੰਤੂ ਕਹਾਣੀਕਾਰ ਭੁੰਜੇ ਡੁੱਲੇ ਦੁੱਧ ਨੂੰ ਦੇਖ ਕੇ ਦਿਲ ਵਿੱਚ ਉਪਰੋਕਤ ਕਹਾਵਤ ਬੋਲ ਰਿਹਾ ਸੀ। ਉਸ ਦਾ ਭਾਵ ਇਹ ਸੀ ਕਿ ਚੰਗਾ ਹੋਇਆ ਕਿ ਪਹਿਲਾਂ ਦੁੱਧ ਡੁੱਲ ਗਿਆ, ਨਹੀਂ ਤਾਂ ਮੈਂ ਮਰ ਹੀ ਜਾਣਾ ਸੀ। ਸਵਾਲ ਨੰਬਰ 6, ਇਸ ਕਹਾਣੀ ਵਿੱਚ ਲੇਖਕ ਨੂੰ ਖਾਣ ਪੀਣ ਦੀਆਂ ਚੀਜ਼ਾਂ ਤੋਂ ਇੰਨਾ ਡਰ ਕਿਉਂ ਲੱਗਦਾ ਹੈ? ਉੱਤਰ ਹੈ ਕਿ ਇਸ ਦਾ ਕਾਰਨ ਇਹ ਸੀ ਕਿ ਕਹਾਣੀਕਾਰ ਨੇ ਭੂਆ ਦੇ ਘਰ ਜਾਣ ਤੋਂ ਪਹਿਲਾਂ ਆਪਣੇ ਇੱਕ ਰਿਸ਼ਤੇਦਾਰ ਦੇ ਮੁੰਡੇ ਦੀ ਜੰਝ ਵਿੱਚ 2 ਰਾਤਾਂ ਅਤੇ 3 ਦਿਨ ਕੱਟੇ ਸਨ। 4 ਡੰਗਾਂ ਵਿੱਚ ਕੱਚ, ਘਰੜ, ਪੂਰੀਆਂ ਅਤੇ ਹੋਰ ਇਹੋ ਜਿਹਾ ਨਿੱਕ ਸੁੱਕ ਖਾ ਕੇ ਉਸ ਦਾ ਦਿਲ ਭਰ ਗਿਆ ਸੀ। 4 ਡੰਗਾਂ ਦਾ ਬੇਟਾ 2 ਦਿਨਾਂ ਦੇ ਵਿੱਚ ਸਵੇਰੇ ਸ਼ਾਮ ਉਸ ਨੇ ਤਲਿਆ ਫਲਿਆ ਛੋਲੇ ਭਟੂਰੇ ਪਰੌਂਠੀਆਂ ਖਾ ਕੇ ਉਸ ਦਾ ਜਿਹੜਾ ਮਨ ਉਹ ਅੱਕ ਚੁੱਕਿਆ ਸੀ। ਸ਼ੁਕਰ ਕਰਕੇ ਉਸ ਨੇ 2 ਦਿਨ ਕੱਟੇ। ਤੀਜੇ ਦਿਨ ਉਹ ਜੰਝ ਦੀ ਵਿਦਾਇਗੀ ਵੇਲੇ ਦੀ ਰੋਟੀ ਨਾਲ ਕੁਝ ਮਠਿਆਈਆਂ ਖਾ ਕੇ ਭੂਆ ਦੇ ਪਿੰਡ ਨੂੰ ਚੱਲ ਪਿਆ। ਦੁਪਹਿਰ ਦਾ ਖਾਣਾ ਖਾਧਾ ਅਤੇ ਕੁਝ ਮਠਿਆਈਆਂ ਖਾਧੀਆਂ ਅਤੇ ਫਿਰ ਉਹ ਆਪਣੀ ਭੂਆ ਦੇ ਪਿੰਡ ਵੱਲ ਨੂੰ ਚੱਲ ਪਿਆ। ਦੁਪਹਿਰ ਦੀ ਇਸ ਰੋਟੀ ਨਾਲ ਉਸ ਦੀ ਤਬੀਅਤ ਖਰਾਬ ਹੋ ਗਈ ਸੀ। ਹੁਣ ਉਹ ਖਾਣਾ ਖਾ ਕੇ ਦੁਪਹਿਰ ਦਾ ਬਹੁਤ ਪਰੇਸ਼ਾਨ ਹੋ ਗਿਆ ਸੀ। ਉਸ ਨੇ ਸੋਚਿਆ ਕਿ ਅੱਜ ਭੂਆ ਦੇ ਪਿੰਡ ਜਾਵਾਂਗੇ, ਉੱਥੇ ਕੋਈ ਖਾਣਾ ਨਹੀਂ ਖਾਵਾਂਗੇ, ਸਵੇਰੇ ਉੱਠ ਕੇ ਘਰ ਦਾ ਹਲਕਾ ਖਾਣਾ ਖਾ ਕੇ ਤੰਦਰੁਸਤ ਮਹਿਸੂਸ ਕਰਾਂਗੇ। ਪਰ ਹੁੰਦਾ ਲੇਖਕ ਨਾਲ ਬਿਲਕੁਲ ਇਸ ਦੇ ਉਲਟ ਹੈ। ਖਰਾਬ ਹੋ ਗਈ ਸੀ, ਉਸ ਦੀ ਸਿਹਤ ਖਰਾਬ ਹੋ ਗਈ ਸੀ ਅਤੇ ਉਸ ਨੇ ਫੈਸਲਾ ਕੀਤਾ ਕਿ ਭੂਆ ਦੇ ਪਿੰਡ ਜਾ ਕੇ ਉਹ ਰਾਤੀ ਕੁਝ ਨਹੀਂ ਖਾਵੇਗਾ। ਪਰੰਤੂ ਜਦੋਂ ਉਹ ਭੂਆ ਦੇ ਪਿੰਡ ਪੁੱਜਾ ਤਾਂ ਭੂਆ ਨੇ ਉਸ ਦੇ ਵਾਰ-ਵਾਰ ਨਾ ਕਰਨ 'ਤੇ ਵੀ ਨੂੰਹ ਨੂੰ ਉਸ ਦੀ ਰੋਟੀ ਦਾ ਹੁਕਮ ਦਿੱਤਾ। ਉਸ ਦੀ ਰੋਟੀ ਦਾ ਹੁਕਮ ਦਾ ਭਾਵ ਬੇਟਾ ਉਸ ਲਈ ਖਾਣਾ ਲੈ ਕੇ ਆਉਣ ਲਈ ਕਿਹਾ। ਕਹਾਣੀਕਾਰ ਨੂੰ ਅਜੇ ਵੀ ਦੁਪਹਿਰ ਦੀ ਰੋਟੀ ਦੇ ਢਕਾਰ ਆ ਰਹੇ ਸਨ। ਉਹ ਦੁਪਹਿਰ ਦਾ ਖਾਧਾ ਉਹਦੇ ਪਚਿਆ ਨਹੀਂ ਸੀ। ਇਸੇ ਕਰਕੇ ਹੀ ਉਸ ਨੂੰ ਭੂਆ ਦੀ ਨੂੰਹ ਦੁਆਰਾ ਆਪਣੇ ਅੱਗੇ ਰੱਖੇ ਵੱਡੇ ਪਰੌਂਠਿਆਂ, ਸੇਵੀਆਂ ਦੇ ਅੰਬਾਰ ਅਤੇ ਦੁੱਧ ਤੋਂ ਡਰ ਆਉਂਦਾ ਸੀ। ਸੋ ਬੇਟਾ ਇਹ ਜਿਹੜੀ ਕਹਾਣੀ ਆ ਅਤੇ ਕਹਾਣੀ ਨਾਲ ਸੰਬੰਧਿਤ ਸਵਾਲ ਜਵਾਬ ਅੱਗੇ ਹੈ। ਔਖੇ ਸ਼ਬਦਾਂ ਦੇ ਅਰਥ। ਸੋਤੇ ਪਏ ਭਾਵ ਸੌਣ ਵੇਲੇ। ਧੇਤਿਆਂ ਦੀ, ਧੀ ਵਾਲਿਆਂ ਦੀ। ਆਹਰ ਹੁੰਦਾ ਹੈ ਕੰਮ। ਤਬੀਅਤ ਦਿੱਖ ਹੋ ਗਈ ਭਾਵ ਮਨ ਖਰਾਬ ਹੋ ਗਿਆ। ਅੰਬਾਰ ਹੁੰਦਾ ਹੈ ਢੇਰ। ਬਾਬਤ ਹੁੰਦਾ ਹੈ ਬਾਰੇ। ਅੱਗੇ ਹੈ ਗਰਾਹੀ ਤੋਂ ਭਾਵ ਹੁੰਦਾ ਹੈ ਬੁਰਕੀ। ਅੱਗੇ ਹੈ ਅੰਬਰਸਰ ਦਾ ਸ਼ੁੱਧ ਰੂਪ ਹੈ ਅੰਮ੍ਰਿਤਸਰ। ਅੱਗੇ ਹੈ ਸਬੱਬ ਨਾਲ। ਉੱਤਰ ਹੈ ਇਸ ਦਾ ਸੁਭਾਵਿਕ ਹੀ। ਪੁਆੜੇ ਤੋਂ ਭਾਵ ਹੁੰਦਾ ਹੈ ਝਗੜੇ। ਕਮ ਵਕਤ ਦਾ ਅਰਥ ਹੈ ਬਦਨਸੀਬ। ਪੱਥਰਾਂ ਮਾਰ ਕੇ ਤੋਂ ਭਾਵ ਹੈ ਚੌਂਕੜੀ ਮਾਰ ਕੇ। ਇੱਕ ਹੁੰਦਾ ਹੈ ਪੱਥਰ ਮਾਰ ਕੇ ਹੁੰਦਾ ਕਿਸੇ ਦੇ ਕੋਈ ਪੱਥਰ ਮਾਰਨਾ
ਜਾਂ ਕੋਈ ਨਕੀਲੀ ਚੀਜ਼ ਮਾਰਨੀ, ਰੋੜਾ ਮਾਰਨਾ। ਇੱਕ ਹੈ ਪੱਥਰਾਂ, ਪੱਥਰਾਂ ਦੇ ਉੱਪਰ ਬਿੰਦੀ ਲਾਈ ਹੈ, ਪੱਥਰਾਂ ਮਾਰ ਕੇ ਤੋਂ ਭਾਵ ਚੌਂਕੜੀ ਮਾਰ ਕੇ ਜਦੋਂ ਅਸੀਂ ਖਾਣਾ ਖਾਣ ਬੈਠਦੇ ਹਾਂ। ਕਾਲ ਰੂਪੀ, ਇਸ ਤੋਂ ਭਾਵ ਹੈ ਮੌਤ ਰੂਪੀ। ਖਲਾਸੀ, ਖਲਾਸੀ ਤੋਂ ਭਾਵ ਹੈ ਛੁਟਕਾਰਾ। ਇੰਤਜ਼ਾਮ, ਇੰਤਜ਼ਾਮ ਦਾ ਅਰਥ ਹੈ ਪ੍ਰਬੰਧ। ਖੇਚਲ, ਖੇਚਲ ਤੋਂ ਭਾਵ ਹੈ ਕਸ਼ਟ। ਉਤਾਵਲੇ ਤੋਂ ਭਾਵ ਹੈ ਕਾਹਲੇ। ਤਰਜੀਹ ਦੇਣੀ ਤੋਂ ਭਾਵ ਹੈ ਪਹਿਲ ਦੇਣੀ। ਸੰਕੋਚ ਤੋਂ ਭਾਵ ਹੈ ਸੰਗ। ਤਾਣ ਤੋਂ ਭਾਵ ਹੈ ਬਲ। ਹੀ ਜਿਹਨੂੰ ਅਸੀਂ ਹੀ ਕਹਿੰਦੇ ਹਾਂ, ਮੰਜੀ ਦੀ ਬਾਹੀਂ। ਬਾਹੀਂ ਬੇਟਾ ਜੋ ਮੰਜੇ ਦੇ ਉੱਪਰ ਜਦੋਂ ਅਸੀਂ ਬੈਠਦੇ ਹਾਂ, ਰਾਈਟ ਜਾਂ ਲੈਫਟ ਸਾਈਡ ਜੋ ਇੱਕ ਲੰਬੀ ਲੱਕੜ ਘੜ ਕੇ ਪਾਈ ਜਾਂਦੀ ਹੈ, ਉਸ ਨੂੰ ਅਸੀਂ ਬਾਹੀਂ ਕਹਿੰਦੇ ਹਾਂ। ਇਹਨੂੰ ਅਸੀਂ ਉਚਾਰਨ 'ਚ ਬੋਲਦੇ ਹਾਂ ਹੀ। ਸੰਧਿਆ ਵੇਲੇ, ਸਾਂਝ ਵੇਲੇ। ਘੁਰਕੀ, ਨਾਰਾਜ਼ਗੀ ਦੀ ਨਜ਼ਰ। ਅੰਧਰਾਤਾ, ਇੱਕ ਰੋਗ ਜਿਸ ਵਿੱਚ ਰਾਤ ਨੂੰ ਕੁਝ ਨਹੀਂ ਦਿਸਦਾ। ਅੱਗੇ ਹੈ ਵਿਆਕਰਨ ਭਾਗ ਦੇ ਵਿੱਚ ਕਿ ਵਾਕਾਂ ਵਿੱਚ ਵਰਤੋਂ। ਖਾਹਸ਼, ਪਹਿਲਾ ਹੈ ਖਾਹਸ਼, ਇਸ ਦਾ ਅਰਥ ਹੈ ਇੱਛਾ। ਮੇਰੀ ਖਾਹਸ਼ ਹੈ ਕਿ ਮੈਂ ਪ੍ਰੀਖਿਆ ਯੂਨੀਵਰਸਿਟੀ ਵਿੱਚੋਂ ਫਸਟ ਰਹਿ ਕੇ ਪਾਸ ਕਰਾਂ। ਜਾਂ ਮੇਰੀ ਖਾਹਸ਼ ਹੈ ਕਿ ਮੈਂ 8ਵੀਂ ਜਮਾਤ ਵਿੱਚੋਂ ਫਸਟ ਆਵਾਂ ਜਾਂ ਪਹਿਲੇ ਸਥਾਨ 'ਤੇ ਆਵਾਂ। ਭੁੱਖਾ ਭਾਣਾ, ਬਹੁਤ ਦੇਰ ਦਾ ਭੁੱਖਾ। ਗੁਰਦਾਸ ਨੰਗਲ ਦੀ ਗੜੀ ਵਿੱਚ ਭੁੱਖਣ ਭਾਣੇ ਸਿੱਖ ਲੰਮਾ ਸਮਾਂ ਮੁਗਲ ਫੌਜ ਨਾਲ ਟੱਕਰਾਂ ਲੈਂਦੇ ਰਹੇ। ਸਦਕੇ ਜਾਣਾ, ਕੁਰਬਾਨ ਜਾਣਾ। ਮਾਂ ਨੇ ਕਿਹਾ ਸਦਕੇ ਜਾਵਾਂ ਇਹੋ ਜਿਹੇ ਪੁੱਤਰ ਤੋਂ ਜਿਸ ਨੇ ਦੁਨੀਆ ਵਿੱਚ ਮੇਰਾ ਨਾਂ ਰੌਸ਼ਨ ਕੀਤਾ। ਅਗਲਾ ਹੈ ਜਸ ਖੱਟਣਾ, ਭਾਵ ਹੈ ਪ੍ਰਸ਼ੰਸਾ ਮਿਲਣੀ। ਆਪਣੇ ਨੇਕ ਕੰਮਾਂ ਨਾਲ ਹੀ ਬੰਦਾ ਦੁਨੀਆ ਵਿੱਚ ਜਸ ਖੱਟਦਾ ਹੈ। ਅੱਧ ਪਚੱਦਾ, ਭਾਵ ਹੈ ਅੱਧ ਦੇ ਨੇੜੇ ਤੇੜੇ। ਤੁਸੀਂ ਸਾਰਾ ਕੰਮ ਮੁਕਾ ਦਿਓ, ਐਵੇਂ ਅੱਧ ਪਚੱਦਾ ਵਿੱਚੇ ਛੱਡ ਕੇ ਨਾ ਜਾਓ ਜਾਂ ਨਾ ਜਾਇਓ। 6 ਨੰਬਰ ਹੈ ਮੁਹਿੰਮ। ਮੁਹਿੰਮ ਹੈ ਲੜਾਈ। ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜ਼ੋਰਦਾਰ ਮੁਹਿੰਮ ਛੇੜ ਦਿੱਤੀ ਹੈ ਜਾਂ ਛੇੜੀ ਹੋਈ ਹੈ। ਮੱਛੀ ਵਾਂਗ ਤੜਫਣਾ, ਇਸ ਦਾ ਅਰਥ ਹੈ ਬੁਰੀ ਤਰ੍ਹਾਂ ਤੜਫਣਾ। ਰੋਗੀ ਪੇਟ ਦਰਦ ਕਾਰਨ ਮੱਛੀ ਵਾਂਗ ਤੜਫ ਰਿਹਾ ਸੀ। 8 ਨੰਬਰ ਹੈ ਬਰਦਾਸ਼ਤ ਕਰਨਾ, ਸਹਿਣਾ। ਮੈਂ ਕਾਰੋਬਾਰ ਵਿੱਚ ਇੰਨਾ ਘਾਟਾ ਬਰਦਾਸ਼ਤ ਨਹੀਂ ਕਰ ਸਕਦਾ। ਚੇਤਾਵਨੀ, ਚੇਤੇ ਕਰਾਉਣਾ। ਮੈਂ ਕੁਰਾਹੇ ਪਏ ਮੁੰਡੇ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸਨੇ ਆਪਣੀਆਂ ਆਦਤਾਂ ਨਾ ਛੱਡੀਆਂ ਤਾਂ ਉਸ ਦਾ ਭਵਿੱਖ ਤਬਾਹ ਹੋ ਜਾਵੇਗਾ। ਜਾਫਰ ਜਾਲਣੇ, ਦੁੱਖ ਸਹਿਣੇ। ਵਿਚਾਰੀ ਵਿਧਵਾ ਨੂੰ ਆਪਣੇ ਪੁੱਤਰ ਦੀ ਪਾਲਣਾ ਲਈ ਪਤਾ ਨਹੀਂ ਕੀ ਜਾਫਰ ਜਾਲਣੇ ਪਏ। ਸੋ ਪਿਆਰੇ ਬੱਚਿਓ, ਇਹ ਸੀ ਆਪਣਾ ਚੈਪਟਰ ਅਤੇ ਚੈਪਟਰ ਨਾਲ ਸੰਬੰਧਿਤ ਵਾਕ, ਪ੍ਰਸ਼ਨ ਉੱਤਰ, ਔਖੇ ਸ਼ਬਦਾਂ ਦੇ ਅਰਥ। ਸੋ ਆਸ ਕਰਦੇ ਹਾਂ ਆਪ ਜੀ ਆਪਦੀ ਜਾਣਕਾਰੀ ਵਿੱਚ ਹੋਰ ਵਾਧਾ ਕਰਨ ਲਈ ਪੰਜਾਬੀ ਪਾਠ ਪੁਸਤਕ 8 ਵਿੱਚੋਂ ਇਸ ਚੈਪਟਰ ਨੂੰ ਜ਼ਰੂਰ ਧਿਆਨ ਦੇ ਨਾਲ ਪੜ੍ਹੋਗੇ ਅਤੇ ਇਸ ਚੈਪਟਰ ਨੂੰ ਪੜ੍ਹ ਕੇ ਭਰਪੂਰ ਜਾਣਕਾਰੀ ਹਾਸਲ ਕਰੋਗੇ। ਸੋ ਇਸ ਚੈਪਟਰ ਸੰਬੰਧੀ ਜੋ ਪ੍ਰਸ਼ਨ ਉੱਤਰਾਂ ਦੀ ਵੀਡੀਓ ਹੈ, ਆਪਾਂ ਉਸ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਭਵਿੱਖ ਵਿੱਚ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਹਮੇਸ਼ਾ ਸਾਡੇ ਨਾਲ ਜੁੜੇ ਰਹੋ ਆਪਣੇ ਚੈਨਲ ਦੇ ਉੱਪਰ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਥੈਂਕ ਯੂ ਜੀ ਐਂਡ ਸਤਿ ਸ੍ਰੀ ਅਕਾਲ।